ਜਸ ਪੰਜਾਬੀ ਵੇਖਣ ਵਾਲੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਮਾਜ ਸੇਵਾ ਤੇ ਸੰਵਿਧਾਨ ਲੈ ਕੇ ਮੈਂ ਆਦਮ ਮਾਨ ਹਾਜ਼ਰ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਸਮਾਜ ਦੀ ਗੱਲ ਹੁੰਦੀ ਹੈ, ਸੇਵਾ ਦੀ ਗੱਲ ਹੁੰਦੀ ਹੈ ਤੇ ਸੰਵਿਧਾਨ ਦੀ ਗੱਲ ਹੁੰਦੀ ਹੈ। ਕਿੱਥੇ ਸੇਵਾ ਦੇ ਰਾਹ 'ਚ ਸੰਵਿਧਾਨ ਅੜਿੱਕਾ ਬਣਦਾ ਹੈ ਤੇ ਸੰਵਿਧਾਨ ਨੇ ਕਿਹੜੀ ਅਥਾਰਟੀਜ਼ ਦਿੱਤੀਆਂ ਹੋਈਆਂ ਨੇ ਸੇਵਾ ਕਰਨ ਵਾਲਿਆਂ ਨੂੰ ਸੇਵਾ ਕਰਨ ਦੇ ਲਈ। ਸੋ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਜੋ ਸਾਡੇ ਨਾਲ ਹਾਜ਼ਰ ਹੁੰਦੇ ਨੇ ਸਮਾਜ ਸੇਵੀ ਸਰਦਾਰ ਸ਼ਮਸ਼ੇਰ ਸਿੰਘ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਪਹਿਲਾਂ ਪ੍ਰੋਗਰਾਮ ਵਿੱਚ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਤੁਹਾਨੂੰ ਦੱਸ ਦੇਵਾਂ ਕਿ ਸਰਦਾਰ ਸ਼ਮਸ਼ੇਰ ਸਿੰਘ ਜੀ ਪਿਛਲੇ ਦਿਨੀ ਆਸਟ੍ਰੇਲੀਆ ਦੇ ਦੌਰੇ ਤੇ ਗਏ ਸਨ। ਸੋ ਅੱਜ ਆਪਾਂ ਆਸਟ੍ਰੇਲੀਆ ਦੇ ਦੌਰੇ ਬਾਰੇ ਗੱਲਬਾਤ ਕਰਾਂਗੇ ਕਿ ਉਹ ਕਿਵੇਂ ਦਾ ਉਹਨਾਂ ਦਾ ਤਜਰਬਾ ਰਿਹਾ ਉੱਥੇ ਜਾਣ ਦਾ, ਉੱਥੋਂ ਦੇ ਲੋਕਾਂ ਵਿੱਚ ਵਿਚਰਨ ਦਾ, ਤੇ ਕਿਵੇਂ ਉਹਨਾਂ ਨੇ ਲੋਕਾਂ ਨੇ ਪਿਆਰ ਦਿੱਤਾ ਤੇ ਉੱਥੋਂ ਦਾ ਤੇ ਇੱਥੋਂ ਦਾ ਕੀ ਫਰਕ ਆ, ਸਾਰਾ ਕੁਝ ਜਾਣਾਂਗੇ। ਸਰ ਪਹਿਲਾਂ ਤਾਂ ਇਹ ਦੱਸੋ ਜੀ, ਤੁਹਾਡਾ ਆਸਟ੍ਰੇਲੀਆ ਦਾ ਦੌਰਾ ਕਿਵੇਂ ਰਿਹਾ ਜੀ? ਨੈਚੁਰਲੀ ਜਿੱਥੇ ਬਹੁਤ ਕੁਝ ਸਿੱਖਣ ਨੂੰ ਮਿਲੇ, ਹਾਂਜੀ, ਤੇ ਜਿੱਥੇ ਦਿਲ ਦੇ ਕਹਿ ਲਓ ਵੀ ਬਹੁਤ ਸਾਰੇ ਸਵਾਲ ਹੋਣ ਕਿ ਇਹਨਾਂ ਦੇ ਲਈ ਕੀ ਕੁਝ ਹੋਣਾ ਚਾਹੀਦਾ ਹੈ, ਉਹਦੇ ਵਿੱਚ ਜੋ ਕੁਝ ਲੋਕਾਂ ਨੇ ਜਦੋਂ ਉਹ ਚੀਜ਼ ਨੂੰ ਪ੍ਰੈਕਟੀਕਲ ਸ਼ੇਪ ਦੇ ਦਿੱਤੀ ਹੋਵੇ, ਹੈ ਨਾ, ਅਸੀਂ ਸੋਚਦੇ ਹਾਂ, ਹਾਂਜੀ, ਤੇ ਉਹਨਾਂ ਨੇ ਪ੍ਰੈਕਟੀਕਲੀ ਬਹੁਤ ਕੁਝ ਕਰਕੇ ਜੋ ਸਾਹਮਣੇ ਰੱਖ ਦਿੱਤਾ ਹੈ ਨਾ ਜੀ, ਬਿਲਕੁਲ, ਕਿ ਉਹ ਚੀਜ਼ਾਂ ਮਤਲਬ ਜਦੋਂ ਇੰਨੇ ਕੁਝ ਸਿੱਖਣ ਨੂੰ ਮਿਲੇ ਤੇ ਫਿਰ ਕੁਦਰਤੀ ਗੱਲ ਹੈ ਵੀ ਜਿਹੜਾ ਟੂਰ ਹੈ ਉਹ ਤਾਂ ਵਾਕਈ ਬਹੁਤ ਵਧੀਆ ਰਿਹਾ ਹੈ ਨਾ। ਬਿਲਕੁਲ। ਜਿਹੜਾ ਤੁਸੀਂ ਸਰ ਗਏ ਹੋ ਆਸਟ੍ਰੇਲੀਆ, ਜਦੋਂ ਆਪਾਂ ਕੋਈ ਵੀ ਘਰੋਂ ਬਾਹਰ ਜਾਣਾ, ਆਪਾਂ ਬਾਹਰ ਨਾਲ ਨਾ ਥੋੜਾ ਬਹੁਤਾ ਆਪਦੇ ਕੰਪੈਰੀਜ਼ਨ ਕਰਦੇ ਆਂ ਵੀ ਇੱਥੇ ਕੀ ਚੀਜ਼ ਆ, ਉੱਥੇ ਕੀ ਚੀਜ਼ ਆ। ਸੋ ਉਹ ਚੀਜ਼ ਤੁਹਾਡੇ ਨਾਲ ਚੱਲਦੀ ਹੋਊਗੀ ਵੀ ਇੰਡੀਆ ਤੇ ਆਸਟ੍ਰੇਲੀਆ ਦੇ ਜੇ ਆਪਾਂ ਸਿਸਟਮ ਦੀ ਗੱਲ ਕਰੀਏ ਤਾਂ ਕਿੰਨਾ ਕੁ ਫਰਕ ਤੁਹਾਨੂੰ ਦਿਖਾ ਉੱਥੇ? ਐਕਚੁਅਲੀ ਜਿਹੜਾ ਇਹਦੇ ਪਿੱਛੇ ਇਨਸਾਨ ਹੈ ਨਾ, ਇਨਸਾਨ ਦੀ ਸੋਚ ਹੈ ਤੇ ਇਨਸਾਨ ਦੀ ਜਿਹਨੂੰ ਅਸੀਂ ਕਹਿੰਦੇ ਕਿ ਸ਼ਖਸੀਅਤ ਹੈ ਨਾ ਜੀ, ਉਹ ਸ਼ਖਸੀਅਤ ਤੇ ਨੀਅਤ ਨੂੰ ਵੱਖ ਨਹੀਂ ਕਰ ਸਕਦੇ ਆਪਾਂ ਨਾ ਜੀ। ਤੇ ਨੀਅਤ ਜਿਹੋ ਜੀ ਹੁੰਦੀ ਹੈ, ਇਨਸਾਨ ਦੀ ਸ਼ਖਸੀਅਤ ਉਹੋ ਜੀ ਹੁੰਦੀ ਹੈ। ਕੋਈ ਪੈਸੇ, ਪਦਾਰਥਾਂ ਤੇ ਪਦਵੀਆਂ ਦੇ ਨਾਲ ਕੋਈ ਸ਼ਖਸੀਅਤਾਂ ਮਾਪੀਆਂ ਨਹੀਂ ਜਾਂਦੀਆਂ। ਜੇ ਮਾਪਾਂਗੇ ਤਾਂ ਫਿਰ ਬਹੁਤ ਕੁਰਾਹੇ ਪੈ ਗਏ ਅਸੀਂ, ਤੇ ਫਿਰ ਸਮਝ ਲਓ ਅਸੀਂ ਇਨਸਾਨੀਅਤ ਤੋਂ ਬਹੁਤ ਦੂਰ ਚਲੇ ਜਾਵਾਂਗੇ, ਹੈ ਨਾ। ਫਿਰ ਇਨਸਾਨੀਅਤ ਦਾ ਕਾਲ ਵੱਧ ਜਾਏਗਾ ਹੋਰ ਜੀ। ਇਸ ਕਰਕੇ ਸਾਡੀ ਨੀਅਤ ਜਿਹੜੀ ਹੈਗੀ ਹੈ ਉਹੀ ਦੱਸਦੀ ਹੈਗੀ ਹੈ, ਸਾਡੇ ਕੰਮ ਜਿਹੜੇ ਹੈਗੇ ਆ ਉਹੀ ਦੱਸਦੇ ਆ ਕਿ ਅਸੀਂ ਕਿਹੋ ਜਿਹੀ ਸੋਚ, ਕਿਹੋ ਜਿਹੀ ਸ਼ਖਸੀਅਤ ਦੇ ਮਾਲਕ ਹੈਗੇ ਆ। ਇਹ ਚੀਜ਼ ਦੇ ਵਿੱਚ ਕਾਫੀ ਕੁਛ ਜਿਹੜਾ ਹੈਗਾ ਇੱਥੋਂ ਨਾਲੋਂ ਅਲੱਗ ਉੱਥੇ ਕੋਈ ਵੀ ਇਨਸਾਨ ਜਾਵੇ ਤੇ ਉਹਨੂੰ ਬੜਾ ਜਾਂਦਿਆਂ ਹੀ, ਐਂਟਰ ਕਰਦਿਆਂ ਹੀ ਜਿਹੜਾ ਉਹ ਮਹਿਸੂਸ ਹੋ ਜਾਂਦਾ ਹੈ ਜੀ ਕਿ ਜਿਵੇਂ ਇੱਕ ਅਹਿਸਾਸ ਹੁੰਦਾ ਹੈ ਨਾ ਕਿ ਡਿਊਟੀ ਦਾ, ਜ਼ਿੰਮੇਵਾਰੀ ਦਾ ਜੀ। ਹਰ ਇੱਕ ਬੰਦਾ ਆਪਣੀ ਜੌਬ ਤੇ ਜਿੱਥੇ ਵੀ ਹੈ ਜੀ, 에ਅਰਪੋਰਟ ਤੇ ਲੋਕ ਆਪਣੀ ਜੌਬ ਕਰ ਰਹੇ ਹਨ। ਜੌਬ ਦੇ ਵਿੱਚ ਮਤਲਬ ਜ਼ਿੰਮੇਵਾਰੀ ਕੀ ਹੈ, ਉਹਦਾ ਅਹਿਸਾਸ ਹੈ ਜੀ। ਉਹਦਾ ਅਹਿਸਾਸ ਬਹੁਤ ਜ਼ਿਆਦਾ ਹੈ ਕਿਉਂਕਿ ਨਾਗਰਿਕ ਦੇ ਖੂਨ ਪਸੀਨੇ ਦੀ ਕਮਾਈ ਜਿਹਦੇ ਟੈਕਸਾਂ ਦੇ ਵਿੱਚੋਂ ਉਹਨਾਂ ਨੂੰ ਪਤਾ ਵੀ ਸਾਨੂੰ ਪੇ ਮਿਲਦੀ ਹੈ ਤੇ ਸਾਡੀ ਜੌਬ ਦਾਤਾ ਨਾਗਰਿਕ ਹੈ। ਜੇ ਨਾਗਰਿਕ ਹੈਗਾ ਤੇ ਤਾਂ ਸਾਨੂੰ ਜੌਬ ਹੈਗੀ ਹੈ, ਜੇ ਨਾਗਰਿਕ ਨਹੀਂ ਹੈਗਾ ਤੇ ਸਾਡੀ ਫਿਰ ਜੌਬ ਨਹੀਂ ਹੈਗੀ। ਮਤਲਬ ਇੱਥੋਂ ਨਾਲੋਂ ਜਿਹੜੇ ਉੱਥੋਂ ਦੇ ਕਹਿ ਲਓ ਕੰਮ ਕਰਨ ਵਾਲੇ ਨੇ ਲੋਕ, ਹਨਾ, ਜਿਹੜੇ ਕਿਰਤ ਕਰਦੇ ਨੇ, ਕੰਮ ਕਰਦੇ ਨੇ, ਡਿਊਟੀ ਨਿਭਾਉਂਦੇ ਨੇ, ਉਹਨਾਂ ਵਿੱਚ ਜੌਬ ਦਾ ਅਹਿਸਾਸ ਜ਼ਿਆਦਾ ਹੈ ਵੀ ਜ਼ਿੰਮੇਵਾਰੀ ਦਾ ਬਹੁਤ ਅਹਿਸਾਸ ਹੈ, ਬਹੁਤ ਜ਼ਿਆਦਾ। ਮੈਜੋਰਿਟੀ ਜਿਹੜਾ ਹੈਗਾ ਨਾ, ਜਿੰਨੇ ਵੀ ਮੈਨੂੰ ਦੇਖਣ ਨੂੰ ਮਿਲੇ ਪ੍ਰੈਕਟੀਕਲੀ, ਜਿਹੜਾ ਮੇਰਾ ਵੀ ਵਾਹ ਕਾਫੀ ਡਿਪਾਰਟਮੈਂਟਾਂ ਨਾਲ ਵੀ ਪਿਆ ਉੱਥੇ ਜੀ, ਤੇ ਮੇਰੀ ਰੁਚੀ ਸੀ ਕਈ ਜਗ੍ਹਾ ਤੇ। ਥੋੜਾ ਟਾਈਮ ਹੁੰਦਾ ਸੀ ਉਸ ਜਗ੍ਹਾ ਤੇ ਮੈਂ ਵਿਜ਼ਿਟ ਕਰਨੀ ਅੰਦਰ ਚਾਹੁੰਦਾ ਸੀ, ਪਰ ਉਹ ਇੱਕਦਮ ਨਹੀਂ ਸੀ ਕਰ ਸਕਦੇ ਕਿਉਂਕਿ ਇੱਕ ਸਿਸਟਮ ਬਣਾਇਆ ਹੋਇਆ ਉਹਨਾਂ ਨੇ। ਹਾਂਜੀ, ਤੇ ਜਿੱਥੇ ਵੀ ਮੈਂ ਉਹਨਾਂ ਦੇ ਐਕਸਪਰਟ ਨਾਲ ਮਿਲਿਆ, ਜਿਹੜੇ ਡੀਲ ਕਰਦੇ ਸੀ, ਹੈਲਥ ਨੂੰ ਡੀਲ ਕਰਦੇ ਸੀ, ਮੈਂਟਲ ਹੈਲਥ ਨੂੰ ਡੀਲ ਕਰਦੇ ਸੀ ਜੀ, ਤੇ ਲਾਈਕ ਮੈਨੂੰ ਖੁਦ ਜਾ ਕੇ ਵੀ ਜਿਹੜਾ ਉੱਥੇ ਲੋੜ ਪਈ ਹੈ ਕੁਝ ਡਿਪਾਰਟਮੈਂਟਾਂ ਨਾਲ ਡੀਲ ਕਰਨ ਦੀ, ਤੇ ਉਸ ਦੇ ਵਿੱਚ ਬੜਾ ਮਤਲਬ ਉਹਨਾਂ ਨੂੰ ਇਹ ਹੁੰਦਾ ਸੀ ਕਿ ਸਾਡੀ ਡਿਊਟੀ ਹੈ ਨਾ ਵੀ ਵੈਲਕਮ, ਮਤਲਬ ਉਹ ਇਹ ਮੱਥੇ ਤੇ ਨਹੀਂ ਇਹ ਤਿਉੜੀ ਪਾਉਂਦੇ ਕਿ ਸਾਨੂੰ ਕੰਮ ਕਰਨਾ ਪੈ ਰਿਹਾ ਹੈ। ਉਹ ਕਹਿੰਦੇ ਸੀ ਵੀ ਸਾਡਾ ਲਾਈਕ ਅਸੀਂ ਜਿਵੇਂ ਸਰਵ ਨਹੀਂ ਕਰਦੇ ਹੁੰਦੇ, ਸੇਵਾ ਹੈ ਨਾ, ਕਿ ਸੇਵਾ ਵੀ ਨਹੀਂ, ਉਹ ਮਤਲਬ ਇਹ ਵੀ ਫੀਲ ਕਰਦੇ ਆ ਵੀ ਅਸੀਂ ਇਸ ਦੇ ਲਈ ਸਾਨੂੰ ਪੇ ਕੀਤਾ ਜਾਂਦਾ, ਡਿਊਟੀ, ਹਾਂ, ਵੀ ਸਾਡੀ ਡਿਊਟੀ ਹੈ, ਕੋਈ ਅਸੀਂ ਅਹਿਸਾਨ ਨਹੀਂ ਕਰ ਰਹੇ। ਤੇ ਬਹੁਤ ਵਧੀਆ ਤਰੀਕੇ ਨਾਲ ਵੈਲਕਮ। ਫਿਰ ਮੈਂ ਦੇਖ ਰਿਹਾ ਸੀ ਵੀ ਅਲੱਗ-ਅਲੱਗ ਕੰਟਰੀਜ਼ ਤੋਂ, ਕਲਚਰ ਤੋਂ ਜਿਹੜੇ ਸਾਰਿਆਂ ਨੂੰ ਇੱਕੋ ਜਿਹਾ ਡੀਲ ਕਰ ਰਹੇ। ਇਹ ਨਹੀਂ ਕਿ ਕਿਸੇ ਨੂੰ ਭੇਦਭਾਵ ਹੈਗਾ ਉੱਥੇ, ਸਾਰਿਆਂ ਨੂੰ। ਪਹਿਲੀ ਗੱਲ ਤਾਂ ਆਉਂਦੇ ਆ ਹੀ ਜਦੋਂ ਵੀ ਜਾਂਦੇ ਉੱਥੇ, ਜਦੋਂ ਵੀ ਕੋਈ ਬੰਦਾ ਆਪਣਾ ਕੰਮ, ਜਿਵੇਂ ਮੈਂ ਵੀ ਕੋਈ ਵੀ ਦੱਸਿਆ ਕੁਛ ਜੀ, ਤੇ ਪਹਿਲਾਂ ਹੀ ਇੱਥੋਂ ਹੀ ਸਟਾਰਟ ਕਰਦੇ ਆ। ਮਤਲਬ ਚਲੋ ਫੇਸ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਵੈਲਕਮ ਕਿੱਦਾਂ ਕਹਿੰਦੇ ਆ, ਬੜਾ ਵਾਰਮ, ਤੇ ਉਸ ਤੋਂ ਬਾਅਦ ਨੋ ਪ੍ਰੋਬਲਮ ਵੀ ਤੁਹਾਡਾ ਕੰਮ ਹੋ ਜਾਏਗਾ ਬਸ।
ਥੋੜੀ ਜਿਹੀ ਵੇਟ ਕਰੋ। ਇਹ ਬੜੀ ਮੈਂ ਨੇੜੇ ਹੋ ਕੇ ਫੀਲ ਕੀਤਾ ਉੱਥੇ। ਤੇ ਉਹ ਕੰਮ ਉਹਨਾਂ ਨੇ ਜਿਹੜੇ ਇੱਥੇ ਸਾਨੂੰ ਬਹੁਤ ਚੱਕਰ ਲਗਾ ਕੇ ਤੇ ਬਹੁਤ ਔਖੇ ਹੁੰਦੇ ਆ, ਤੇ ਉੱਥੇ ਉਹ ਲਾਈਕ ਵਿਦਿਨ ਨੋ ਟਾਈਮ ਜਿਹੜੇ ਹੈਗੇ ਕੰਮ ਕਰਦੇ ਆ, ਜਿਨ੍ਹਾਂ ਦੀਆਂ ਮੈਂ ਬਹੁਤ ਸਾਰੀਆਂ ਲਾਈਕ ਜਿਹੜੀਆਂ ਹੁਣ ਉੱਥੇ ਕੰਮ ਹੈਗੇ ਸੀ ਤੇ ਉਹਨਾਂ ਨੇ ਕੀਤੇ ਹੈਗੇ ਆ। ਕੋਈ ਐਗਜ਼ਾਮਪਲ, ਕੋਈ ਉਦਾਹਰਨ ਦੇਣਾ ਚਾਹੋ? ਇਹਨਾਂ ਵਿਸ਼ਵਾਸ, ਪਹਿਲੀ ਗੱਲ ਤਾਂ ਵਿਸ਼ਵਾਸ ਹੀ ਬੜਾ ਕਰਦੇ ਆ। ਅੱਛਾ ਜੀ। ਮਤਲਬ ਵਿਸ਼ਵਾਸ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਦੇਖਣਾ ਕਿ ਵਾਕਈ ਬੰਦਾ ਜੈਨੂਇਨ ਹੈ। ਪਹਿਲੀ ਗੱਲ ਤਾਂ ਉਹ ਤੇ ਵਿਸ਼ਵਾਸ ਕਰਨਾ ਉਹਨੇ ਵੀ ਜੋ ਕਹਿ ਰਿਹਾ ਠੀਕ ਕਹਿ ਰਿਹਾ, ਤੇ ਫਿਰ ਉਹਨੇ ਆਪਣੇ ਸਿਸਟਮ 'ਚ ਖੋਲ ਕੇ ਦੇਖਣਾ ਵੀ ਹਾਂ ਜੋ ਇਹ ਕਹਿ ਰਹੇ ਠੀਕ ਹੈ। ਤੇ ਫਿਰ ਉਸੇ ਵੇਲੇ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਲਾਈਕ ਕੱਲ੍ਹ ਨੂੰ ਆ ਜਿਓ ਤੁਸੀਂ ਇਹ ਡਾਕੂਮੈਂਟ, ਇਹ ਫਲਾਣਾ ਡਾਕੂਮੈਂਟ। ਬਹੁਤ ਇੱਕ ਜਿਵੇਂ ਕਲੈਰਿਟੀ ਹੁੰਦੀ ਹੈ ਨਾ, ਹਾਂਜੀ, ਕਲੈਰਿਟੀ ਦੇ ਨਾਲ ਸਾਡੇ ਤਾਂ ਇੱਥੇ ਲਕੀਰ ਦੇ ਫਕੀਰ ਬਣ ਕੇ ਕੰਮ ਕਰਦੇ ਆ। ਜੇ ਉਹਨਾਂ ਨੂੰ ਕਹੀਏ ਨਾ ਵੀ ਇਹ ਚੈਰੀਟੇਬਲ ਹੈ, ਕਹਿੰਦੇ ਸ਼ਬਦ ਦਿਖਾਓ ਚੈਰੀਟੇਬਲ ਕਿੱਥੇ ਹੋ। ਹੁਣ ਜੇ ਉਹਨਾਂ ਨੂੰ ਕਹੀਏ ਵੀ ਆਹ ਕੰਮ ਜਿਹੜਾ ਹੈਗਾ ਇਹ ਸੋਸ਼ਲ ਵੈਲਫੇਅਰ ਜਿਹੜੀ ਹੁੰਦੀ ਹੈ ਵੀ ਇਹ ਚੈਰਿਟੀ ਹੁੰਦੀ ਹੈ, ਬਿਲਕੁਲ, ਕਹਿੰਦੇ ਚੈਰਿਟੀ ਲਿਖਿਆ ਕਿੱਥੇ ਹੈ ਭਲਾ ਸਾਡੇ ਲਕੀਰ ਦੇ ਫਕੀਰ। ਉਹ ਲੋਕ ਮਤਲਬ ਜਿਹੜੇ ਆਪਣੀ ਜਜਮੈਂਟ ਨੂੰ ਵੀ ਬੰਦੇ ਬਣਾਇਆ ਨਾ ਰੱਬ ਨੇ ਸਾਨੂੰ, ਤੇ ਸਾਡੀ ਆਪਣੀ ਪਰਸਨਲ ਜਜਮੈਂਟ ਹੈ ਨਾ ਵੀ ਤੁਹਾਡੇ ਬਾਇਲਾਜ਼ ਕੀ ਕਹਿੰਦੇ ਹੈਗੇ ਆ, ਉਸ ਦੇ ਆਧਾਰ ਤੇ ਉਹਨਾਂ ਨੇ ਉਸ ਦੀ ਨੇਚਰ ਦੇਖਣੀ ਹੁੰਦੀ ਹੈ। ਸਾਡੇ ਇੱਥੇ ਮਤਲਬ ਉੱਥੇ ਲਾਈਕ ਕੋਈ ਚੀਜ਼ ਹੈ ਉੱਥੇ ਮੈਂ ਥੋੜੀ ਈਮੇਲ ਚੇਂਜ ਕਰਨੀ ਸੀ, ਤੁਸੀਂ ਦੱਸ, ਤੇ ਉਹ ਕਹਿੰਦੇ ਵੀ ਕੋਈ ਨੋ ਪ੍ਰੋਬਲਮ। ਉਹਨਾਂ ਨੇ ਦੇਖਿਆ ਕਿ ਬਿਲਕੁਲ ਜੈਨੂਇਨ ਹੈ ਤੇ ਉਹਨਾਂ ਨੇ ਉਸੇ ਵੇਲੇ ਉਹ ਚੇਂਜ ਕਰ ਦਿੱਤੀ। ਫਿਰ ਮੈਨੂੰ ਮੁਸ਼ਕਲ ਆਈ, ਮੈਂ ਕਿਹਾ ਫੋਨ ਨੰਬਰ ਹੀ ਸਿਸਟਮ 'ਚ ਮੈਂ ਚੇਂਜ ਕਰਾਉਣਾ ਸੀ, ਮਤਲਬ ਹੈ ਕਿਤੇ ਦਾ ਕੰਮ ਸੀ, ਹੈ ਦੂਜੀ ਸਟੇਟ 'ਚ ਜਾ ਕੇ ਮੈਂ ਕਰਵਾ ਰਿਹਾ। ਕੋਈ ਨਹੀਂ ਕਿ ਤੁਸੀਂ ਉੱਥੇ ਜਾਓ ਜਿੱਥੇ ਤੁਹਾਡੀ ਮੇਨ ਬ੍ਰਾਂਚ ਹੈ ਨਾ, ਬਿਲਕੁਲ ਵੀ। ਫਿਰ ਪੁੱਛ ਰਹੇ ਹੈ ਆਰ ਯੂ ਸੈਟਿਸਫਾਈਡ, ਹੈਪੀ, ਇਹ ਸ਼ਬਦ ਉਹਨਾਂ ਦੇ ਆ ਜਿਹੜੇ ਮੈਂ ਹੁਣ ਤੁਹਾਡੇ ਨਾਲ ਮਤਲਬ ਇਸ ਵੇਲੇ ਤੁਹਾਨੂੰ ਨਾਲ ਸਾਂਝੇ ਕਰ ਰਹੇ ਹਾਂ। ਮਤਲਬ ਇਹ ਚੀਜ਼ ਇਹ ਨਹੀਂ ਕਿ ਉੱਥੇ ਰਸ਼ ਨਹੀਂ ਹੈ ਜੀ, ਬਹੁਤ ਵੱਡੇ ਸ਼ਹਿਰਾਂ 'ਚ ਬਹੁਤ ਰਸ਼ ਹੈ। ਸਿਡਨੀ ਹੈ, ਬੜਾ ਰਸ਼ ਸੀ ਉੱਥੇ, ਮੈਲਬੌਰਨ ਸੀ, ਬੜਾ ਰਸ਼ ਸੀ, ਹੈ ਨਾ, ਜਿੱਥੇ ਜਿੱਥੇ ਵੀ ਚਲੋ ਕਈ ਜਗ੍ਹਾ ਤੇ ਬਹੁਤ ਰਸ਼। ਪਰ ਉਹਦੇ ਵਿੱਚ ਉਹਨਾਂ ਨੇ ਕੰਮ ਕਰਨ ਦਾ ਢੰਗ, ਜਿੱਥੇ ਲੋੜ ਹੈ ਸੀਨੀਅਰ ਦੀ ਨਾ, ਉਸੇ ਵੇਲੇ ਉਹਨਾਂ ਨੇ ਸਲਾਹ ਲੈਣੀ ਹੈ ਤੇ ਸਲਾਹ ਲੈ ਕੇ ਤੁਰੰਤ ਉਹਦੇ ਸੋਲੂਸ਼ਨ ਦੇਣਾ ਹੈ। ਅਸੀਂ ਇੱਥੇ ਜਿਹੜਾ ਫੀਲ ਕਰ ਰਹੇ ਹਾਂ, ਸਾਡਾ ਦੇਸ਼ ਹੈ, ਸਾਡੀ ਸਟੇਟ ਹੈ ਨਾ, ਬਿਲਕੁਲ, ਇੱਥੇ ਅਸੀਂ ਫੀਲ ਕਰ ਰਹੇ ਹਾਂ ਜੋ ਅਸੀਂ ਸਟੇਟ ਮਤਲਬ ਡਿਸਟ੍ਰਿਕਟ ਵਾਲਿਆਂ ਨੂੰ ਕਹਿੰਦੇ ਹਾਂ ਵੀ ਜੇਕਰ ਤੁਹਾਨੂੰ ਕੋਈ ਨਹੀਂ ਕਲੈਰਿਟੀ ਹੋ ਰਹੀ ਤੇ ਤੁਸੀਂ ਸਟੇਟ ਵਾਲਿਆਂ ਨੂੰ ਪੁੱਛ ਲਓ, ਡਾਇਰੈਕਟਰ ਨੂੰ ਪੁੱਛ ਲਓ। ਕਹਿੰਦੇ ਅਸੀਂ ਫੋਨ ਨਹੀਂ ਕਰ ਸਕਦੇ, ਤੁਸੀਂ ਜਾ ਕੇ ਡਾਇਰੈਕਟਰ ਨੂੰ ਮਿਲੋ। ਉਹ ਮੈਂ ਕਿਹਾ ਅਸੀਂ ਕਸਟਮਰ ਡਾਇਰੈਕਟਰ ਨੂੰ ਮਿਲੂਗਾ, ਮਤਲਬ ਸਾਨੂੰ ਤਾਂ ਸਰਵਿਸ ਚਾਹੀਦੀ ਹੈ। ਕੱਲ ਦੀ ਜਿਹੜੀ ਗੱਲ ਸੀ, ਕੱਲ ਉੱਥੇ ਬੈਂਕ ਦੀ ਗੱਲ ਹੈਗੀ, ਸਰਕਾਰੀ ਬੈਂਕ ਹੈ SBI, ਕਹਿੰਦੇ ਜੀ ਤੁਹਾਡੇ 4 ਚੈੱਕ ਜਿਹੜੇ ਹੈਗੇ ਨਹੀਂ ਮਤਲਬ ਇਹ ਕਲੀਅਰ ਨਹੀਂ। ਕੀ ਗੱਲ? ਕਹਿੰਦੇ 2014 ਤੋਂ KYC ਜਿਹੜੀ ਹੈਗੀ ਹੈ ਲਾਈਕ ਉਹ ਨਹੀਂ ਕਰਾਈ, ਜਦੋਂ ਕਿ ਅਸੀਂ ਹਰ ਵੇਲੇ ਮਤਲਬ ਉੱਥੇ ਜਮ੍ਹਾਂ ਕਰਾਉਂਦੇ, ਉਹ ਸਿਸਟਮ ਦੇ ਵਿੱਚ ਅਪਡੇਟ ਨਹੀਂ ਕੀਤੀ। ਉਸ ਤੋਂ ਪਹਿਲੇ ਨਿਕਲ ਗਏ, ਉਸ ਤੋਂ ਬਾਅਦ ਨਹੀਂ। ਚੰਡੀਗੜ੍ਹ ਵਾਲੇ ਮਤਲਬ ਹਰਾਸਮੈਂਟ ਫਿਰ ਇੰਨੀ ਜ਼ਿਆਦਾ। ਫਿਰ ਉਹਨਾਂ ਨੂੰ ਕਹਿ ਰਹੇ ਵੀ ਤੁਸੀਂ ਦੱਸੋ ਤੁਹਾਨੂੰ ਕਿਹੜੇ ਫਾਰਮ ਭੇਜ ਦਈਏ, ਤੇ ਉਸ ਤੋਂ ਬਾਅਦ ਮਤਲਬ ਇੰਨੀਆਂ ਫਾਰਮੈਲਿਟੀਜ਼ ਆ ਸਾਰਾ ਸਿਸਟਮ ਸਾਰੇ। ਫਿਰ ਤੁਸੀਂ ਇੰਨੇ ਸਰਟੀਫਿਕੇਟ ਸਾਰੇ ਤਰ੍ਹਾਂ ਦੇ ਹਨ, ਇਕੱਲੇ ਮੈਂਬਰ ਦੇ ਉਹਦੇ ਤੇ ਇੰਨਾ ਕੁਝ ਲੈ ਕੇ ਪਹੁੰਚੋ ਫਿਰ ਉੱਥੇ। ਤੇ ਹੁਣ ਰਜਿਸਟਰੀ ਸਾਨੂੰ ਫਿਰ ਉਹਨਾਂ ਨੇ ਰਜਿਸਟਰੀ ਕਰਵਾਈ। ਅਸੀਂ ਕਿਹਨਾਂ ਵਾਸਤੇ ਕਰਵਾਈ ਹੈ ਕਿ ਸੋਸ਼ਲ ਸਿਕਿਉਰਿਟੀ ਆਪਣੇ ਦੇਸ਼ ਦੇ ਨਾਗਰਿਕ ਨੂੰ ਅਸੀਂ ਵੱਡੇ ਪੱਧਰ ਤੇ ਦੇ ਸਕੀਏ। ਉਸ ਦੇ ਵਿੱਚ ਸਾਰੇ ਡਾਕੂਮੈਂਟ ਇਹ ਹੈਗੀ ਸੀ ਲਾਈਕ 42 ਨੰਬਰ ਰਜਿਸਟਰੀ, ਠੀਕ ਹੈ ਜੀ। 42 ਨੰਬਰ ਰਜਿਸਟਰੀ ਜਿਹੜੀ ਆਉਣੀ ਦਾ ਮਤਲਬ 41 ਰਜਿਸਟਰੀਆਂ ਇਸ ਤੋਂ ਪਹਿਲਾਂ ਹੋ ਚੁੱਕੀਆਂ, ਜਿਹੜੇ ਪਲਾਟ ਲੈ ਕੇ ਅਸੀਂ ਉੱਥੇ ਉਹਨਾਂ ਲਈ ਕਦੇ ਬੱਚਿਆਂ ਲਈ, ਕਦੇ ਬਜ਼ੁਰਗਾਂ ਲਈ, ਕਦੇ ਔਰਤਾਂ ਲਈ ਹਨ ਬਣਾ ਰਹੇ ਹਾਂ। ਤੇ ਉਹਦੇ ਵਿੱਚ ਹੁਣ ਮੈਂ ਕਿਹਾ ਵੀ ਸਾਨੂੰ ਕਾਫੀ ਐਕਸਪੀਰੀਅੰਸ ਹੈ ਇਸ ਚੀਜ਼ ਦਾ। ਵੈਸੇ ਪਹਿਲੇ ਦਿਨ ਤੋਂ ਹੀ ਅਸੀਂ ਪਾਲਿਸੀ ਜਿਹੜੀ ਹੈਗੀ ਹੈ ਜੋ ਗਵਰਨਮੈਂਟ ਦੇ ਨੋਟੀਫਿਕੇਸ਼ਨ ਹੈ ਉਹ ਦੇਖ ਕੇ ਹੀ ਚੱਲਦੇ ਹਾਂ, ਕਿਉਂਕਿ ਹਰ ਇੱਕ ਇਨਸਾਨ ਹੈ ਜਿਹੜਾ ਥੋੜਾ ਜਿਹਾ ਅਵੇਅਰ ਉਹ ਤਾਂ ਕਰਦਾ ਹੀ ਹੈ ਨਾ ਵੀ ਗਵਰਨਮੈਂਟ ਦਾ ਨੋਟੀਫਿਕੇਸ਼ਨ ਕੀ ਹੈ, ਉਹਦੇ ਮੁਤਾਬਕ ਅਸੀਂ ਫੀਸਾਂ ਜਮ੍ਹਾਂ ਕਰਾ ਦਿੱਤੀਆਂ ਜੀ। ਸਾਰਾ ਕੁਝ ਸੈੱਟ ਦੇਣ ਤੋਂ ਬਾਅਦ ਜਿੰਨਾ ਵੀ ਸਾਨੂੰ ਪਹਿਲਾਂ ਸਾਡੇ ਕੋਲ ਲਿਸਟ ਹੈਗੀ ਆ ਉਹਦੀ ਦੇਣ ਤੋਂ ਬਾਅਦ ਉਹਨਾਂ ਨੇ ਅਟੈਚ ਨਹੀਂ ਕੀਤੀਆਂ, ਅੱਗੇ ਰਜਿਸਟਰੀ ਦੇ ਨਾਲ ਅਟੈਚ ਨਹੀਂ ਕੀਤੀਆਂ। 47 ਦੇ ਅੰਦਰ ਫਿਰ ਨੋਟਿਸ, ਇੱਕ ਵਾਰ ਨਹੀਂ ਹੋਇਆ, ਬਹੁਤ ਵਾਰ ਨੋਟਿਸ, ਤੁਸੀਂ ਫੀਸਾਂ ਨਹੀਂ ਭਰਾਈਆਂ। ਮੈਂ ਕਿਹਾ ਫੀਸਾਂ ਸਾਰੀਆਂ ਭਰਾਈਆਂ ਹੋਈਆਂ, ਜਿੰਨਾ ਗਵਰਨਮੈਂਟ ਦਾ ਨੋਟੀਫਿਕੇਸ਼ਨ ਨਹੀਂ ਜੀ। ਹੁਣ ਤਰੀਕ ਫਿਰ ADC ਕੋਲ ਲੱਗੀ, ਮੈਂ ਕਿਹਾ ਇੰਨਾ ਟਾਈਮ ਵੇਸਟ। ਫਿਰ 18 ਤਰੀਕ ਲੱਗੀ, ਨਹੀਂ ਤੁਸੀਂ 25 ਨੂੰ ਆਇਓ। 25 ਨੂੰ ਗਏ ਉੱਥੇ, ਨਹੀਂ ਅੱਜ ਨਹੀਂ, ਤੁਸੀਂ ਅਗਲੀ ਹੋਰ ਤਰੀਕ ਦੇ ਦਿੱਤੀ। ਮੈਂ ਕਿਹਾ ਤੁਸੀਂ ਆਪਣਾ ਵੀ ਟਾਈਮ ਵੇਸਟ ਕਰਦੇ, ਸਾਡਾ ਵੀ ਵੇਸਟ ਕਰਦੇ। ਮੇਰੇ ਮੂੰਹ ਨਿਕਲ ਗਿਆ, ਮੈਂ ਕਿਹਾ ਇਹ ਹਰਾਸਮੈਂਟ ਇੰਨੀ ਵੱਡੀ, ਅਸੀਂ ਤੁਹਾਨੂੰ ਵੀ ਨਹੀਂ ਹਰਾਸ ਕਰਨਾ ਚਾਹੁੰਦੇ, ਪਰ ਸਾਨੂੰ ਅਸੀਂ ਆਪ ਵੀ ਨਹੀਂ ਹੋਣਾ ਚਾਹੁੰਦੇ ਵੀ ਤੁਹਾਡੇ ਕੋਲ ਵੀ ਟਾਈਮ ਨਹੀਂ ਹੈਗਾ, ਸਾਡੇ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ। ਕਹਿੰਦੇ ਇਹ ਹਰਾਸਮੈਂਟ ਤੇ ਨਹੀਂ ਹੈਗੀ। ਉਹ ਕਿੱਦਾਂ ਦੀ ਹੁੰਦੀ ਹੈ ਵੀ ਹਰਾਸਮੈਂਟ ਕਿੱਦਾਂ ਦੀ ਹੁੰਦੀ ਹੈ? ਜਦੋਂ ਡਾਕੂਮੈਂਟ ਸਾਰੇ ਦਿੱਤੇ ਹੋਏ ਆ, ਪੁੱਟ ਅਪ ਕੀਤੇ ਹੋਏ ਆ ਉੱਥੇ ਸਾਰਾ ਕੁਝ, ਔਰ ਇੰਨੇ ਅਸੀਂ ਬੜੇ ਅਵੇਅਰ ਹੈਗੇ ਆ ਵੀ ਇਸ ਦੇ ਲਈ ਜਿਹੜੇ ਵੀ ਸਪੀਕਿੰਗ ਆਰਡਰ ਲੱਗਦੇ ਆ ਸਾਨੂੰ ਬੜਾ ਕਲੀਅਰ ਹੈਗਾ। ਤੇ ਉਸ ਤੋਂ ਬਾਅਦ ਇਹ ਬਾਰ-ਬਾਰ ਪ੍ਰੋਬਲਮ ਕਿਉਂ ਆ ਰਹੀ ਹੈ? ਕਹਿੰਦੇ ਕੋਈ ਨਹੀਂ ਜੀ ਅਸੀਂ ਫਿਰ ਤਹਿਸੀਲਦਾਰ ਨੂੰ ਕਹਿ ਦਿੰਦੇ ਆ। ਪਰ ਫਿਰ ਬੜਾ ਲਾਈਟ, ਉਹਨੂੰ ਬਹੁਤ ਹੀ ਲਾਈਟ ਲੈ ਕੇ ਕਹਿੰਦੇ ਤਹਿਸੀਲਦਾਰ ਨੇ ਤਾਂ ਜੀ ਅਗਲੀ ਵਾਰ ਬਦਲ ਜਾਣਾ ਜਾਂ ਤੁਸੀਂ ਅੱਗੇ ਨੂੰ ਜਾਣਾ ਉਹਨੇ ਬਦਲ ਜਾਣਾ। ਮਤਲਬ ਬਹੁਤ ਜਿਹੜੀ
ਜਦੋਂ ਵੀ ਕੋਰਟ 'ਚ ਜਾਣਾ, ਹਾਂਜੀ, ਭਾਵੇਂ ਉਹ ਐਸਡੀਐਮ ਦੀ ਕੋਰਟ ਹੈ, ਭਾਵੇਂ ਉਹ ਏਡੀਸੀ ਦੀ ਕੋਰਟ ਹੈ, ਜਿਹਦੀ ਵੀ ਕੋਰਟ ਜਾਣਾ, ਬਿਲਕੁਲ ਉਹ ਉੱਥੇ ਜੀ ਅੱਜ ਉਹ ਬਿਜ਼ੀ ਹੈ, ਨਾ ਅੱਗੇ ਲਿਖ ਕੇ ਲਾਇਆ ਹੋਇਆ, ਨਾ ਕੋਈ ਇਨਫੋਰਮੇਸ਼ਨ ਹੈਗੀ ਹੈ ਕਿ ਅੱਜ ਨਾ ਆਇਓ, ਅੱਜ ਉਹਨਾਂ ਨੇ ਨਹੀਂ ਬੈਠਣਾ। ਇਹ ਪਬਲਿਕ ਹੈਗੀ ਹੈ, ਪਬਲਿਕ ਦੇ ਤੁਸੀਂ ਸੇਵਾਦਾਰ ਹੈ, ਠੀਕ ਹੈ, ਪਬਲਿਕ ਨੇ ਰਿਸਪੈਕਟ ਤਾਂ ਕਰਨੀ ਹੈ, ਪਰ ਅਕਸਰ ਪਬਲਿਕ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਜਿਹੜੇ ਕਿ ਤਖਤਾਂ ਤੇ ਬਿਠਾਉਂਦੀ ਹੈ, ਜਿਹੜੇ ਕਿ ਰਾਜਿਆਂ ਨੂੰ ਚੁਣਦੀ ਹੈਗੀ ਹੈ। ਬਿਲਕੁਲ ਬਿਲਕੁਲ। ਤੇ ਅਸਲ 'ਚ ਸੰਵਿਧਾਨ ਦੇ ਵਿੱਚ ਤਾਂ ਦੇਸ਼ ਦਾ ਵਾਰਸ ਤਾਂ ਇੱਕ ਜਿਹੜਾ ਹੈਗਾ ਪਬਲਿਕ ਹੀ ਹੈ ਨਾ, ਲੋਕਾਂ ਦਾ ਹੈ ਨਾ, ਲੋਕਾਂ ਦੀ ਸਰਕਾਰ ਹੈ, ਲੋਕਾਂ ਦੁਆਰਾ ਸਰਕਾਰ ਹੈ, ਲੋਕਾਂ ਲਈ ਸਰਕਾਰ ਹੈ, ਤੁਸੀਂ ਪਰਵਾਹ ਨਹੀਂ ਕਰਦੇ ਬਾਰ-ਬਾਰ। ਪਰ ਇੱਥੇ ਤਾਂ ਲੱਗਦਾ ਕੱਲੀ ਲੋਕਾਂ ਦੁਆਰਾ ਹੀ ਆ, ਬਾਕੀ ਤਾਂ ਹੈ ਨਹੀਂ ਕੁਝ। ਹੁਣ ਪਬਲਿਕ ਦਾ ਟਾਈਮ ਹੈਗਾ ਉਹ, ਤੇ ਅਫਸਰ ਉੱਥੇ ਹੈ ਨਹੀਂ ਜੀ, ਤੇ ਇਹ ਡਿਊਟੀ ਕਿਹਦੀ ਬਣਦੀ ਹੈਗੀ ਤੇ ਪਬਲਿਕ ਨੂੰ ਮੈਸੇਜ ਕਰ ਦੋ ਕੋਈ ਐਸਐਮਐਸ ਸਿਸਟਮ, ਜਦੋਂ ਤੁਸੀਂ ਇੰਨਾ ਕੁਝ ਕਹਿੰਦੇ ਅਸੀਂ ਐਡਵਾਂਸ ਹੋ ਗਏ ਆ ਹੁਣ, ਤੇ ਤੁਸੀਂ ਜਿੱਥੇ ਤੁਹਾਡੇ ਕੋਲ ਇੰਨਾ ਤੁਹਾਨੂੰ ਪਤਾ ਹੈਗਾ ਕਿ ਅਸੀਂ ਆਹ ਰਜਿਸਟਰੀ ਕੱਢਣੀ ਹੈਗੀ, ਅਸੀਂ ਆਹ ਉਹਨੂੰ ਕੇਸ ਦੇ ਉੱਤੇ, ਜੇ ਤੁਹਾਡੇ ਕੋਲ ਇੰਨਾ ਰਿਕਾਰਡ ਹੈਗਾ ਉਹਨਾਂ ਦਾ, ਤੇ ਫਿਰ ਤੁਸੀਂ ਇੱਕ ਮੈਸੇਜ ਕਰ ਦਿਓ ਉਹਨਾਂ ਨੂੰ, ਤੁਹਾਡੇ ਕੋਲ ਇੰਨੀ ਪੂਰੀ ਡਿਟੇਲ ਹੈਗੀ, ਉਹਨਾਂ ਦੇ ਫੋਨ ਹੈਗੇ, ਉਹਨਾਂ ਦੀ ਈਮੇਲ ਹੈਗੀ, ਸਭ ਕੁਝ ਹੈਗਾ, ਤੁਸੀਂ ਮੈਸੇਜ ਕਰੋ ਕਿ ਅੱਜ ਤੁਸੀਂ ਪੋਸਟਪੋਨ ਹੋ ਗਈ ਡੇਟ। ਅੱਛਾ, ਕਈ ਵਾਰੀ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਹੋ ਆਪਣੇ ਇੱਧਰ ਦੇ ਸਿਸਟਮ ਦੀ ਗੱਲ ਕਰੀਏ ਆਪਾਂ ਸ਼ਮਸ਼ੇਰ ਜੀ, ਜਦੋਂ ਕਈ ਵਾਰੀ ਤੁਸੀਂ ਕਿਸੇ ਨੂੰ ਕਿਸੇ ਦੀ ਜੌਬ ਬਾਰੇ ਦੱਸਦੇ ਹੋ, ਮੰਨ ਲਓ ਵੀ ਕੋਈ ਅਫਸਰ ਆ ਵੀ ਇਹ ਤੁਹਾਡੀ ਡਿਊਟੀ ਹੈ ਜੀ, ਤੁਸੀਂ ਕਿਉਂ ਨਹੀਂ ਕਰ ਰਹੇ ਸਾਡਾ ਕੰਮ, ਕਿਤੇ ਨਾ ਕਿਤੇ ਉਹਦੀ ਹਉਮੈ ਵੀ ਉਹਦੇ 'ਚ ਆ ਜਾਂਦੀ ਹੈ ਵੀ ਯਾਰ ਇਹਨੇ ਮੈਨੂੰ ਕਿਵੇਂ ਕਹਿਤਾ ਮੇਰੀ ਡਿਊਟੀ ਦਾ, ਇਹ ਕੌਣ ਹੁੰਦਾ ਕਹਿਣਾ, ਤਾਂ ਕਰਕੇ ਵੀ ਤੰਗ ਕਰਦੇ ਹੋਣ। ਇਹ ਵੀ ਐਕਸਪੀਰੀਅੰਸ ਹੈਗਾ ਸਾਡੇ ਬਹੁਤ, ਕੋਈ ਸਾਡੇ ਨਾਲ ਸਾਂਝਾ ਕਰੋ। ਮੈਂ ਇੱਕ ਏਰੀਆ 'ਚ ਕਿਹਾ, ਮੈਂ ਕਿਹਾ ਜੀ ਇਹ ਲਾਈਕ ਪੁਲਿਸ ਤੋਂ ਬਿਨਾਂ ਨਹੀਂ ਕਰ ਸਕਦਾ, ਹਰ ਇੱਕ ਡਿਪਾਰਟਮੈਂਟ ਦਾ, ਇਕੱਲਾ ਇਹਦਾ ਨਹੀਂ ਹੈਗਾ, ਇਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੀ ਹੈਗੀ ਹੈ। ਹਾਂਜੀ, ਠੀਕ ਹੈ, ਉਹਨਾਂ ਨੂੰ ਵੀ ਮਤਲਬ ਜਦੋਂ ਮਤਲਬ ਮੈਂ ਕਿਹਾ, ਮੈਂ ਕਿਹਾ ਜੀ ਆਹ ਡੀਲਿੰਗ ਜਿਹੜੀ ਹੈਗੀ ਹੈ, ਹਾਂਜੀ, ਤੇ ਇਹ ਇੰਨੇ ਲੰਮੇ ਸਮੇਂ ਤੋਂ ਨਾਗਰਿਕ ਵੇਟ ਕਰ ਰਿਹਾ, ਤੇ ਟਾਈਮ ਦਿੱਤਾ ਹੋਇਆ ਤੁਸੀਂ, ਤੇ ਇਹ ਢੰਗ ਤੇ ਠੀਕ ਨਹੀਂ ਹੈ ਡੀਲ ਕਰਨ ਦਾ, ਤੁਸੀਂ ਅੱਜ ਦਾ ਟਾਈਮ ਦਿੱਤਾ ਹੋਇਆ ਜੀ ਜੀ, ਤੇ ਤੁਸੀਂ ਉਹ ਲਾਈਕ ਇੰਨਾ ਜ਼ਿਆਦਾ ਚਿਹਰਾ ਬਦਲ ਗਿਆ ਉਹਨਾਂ ਦਾ ਹੈ ਨਾ ਵੀ ਇਹ ਸਾਨੂੰ ਗੱਲ ਕਹਿ ਕਿਵੇਂ ਦਿੱਤੀ ਜੀ। ਦੂਜੀ ਜਗ੍ਹਾ ਮੈਂ ਕਿਹਾ, ਮੈਂ ਕਿਹਾ ਜੀ ਪੁਲਿਸ ਤੋਂ ਬਿਨਾਂ ਇਹ ਕੰਮ ਕੋਈ ਨਹੀਂ ਕਰ ਸਕਦਾ, ਵੀ ਤੁਹਾਡੇ ਕੋਲ ਪਾਵਰ ਹੈਗੀ ਇਹ, ਜਿਹੜੀ ਆਰਡਰ ਬਣਾਉਣੇ ਹੈਗੇ ਆ, ਠੀਕ ਹੈ, ਕੰਸਰਨਡ ਮੈਜਿਸਟ੍ਰੇਟ ਨੇ ਬਣਾਉਣੇ ਹੈਗੇ ਆ, ਹਾਂਜੀ, ਪਰ ਕਮ ਸੇ ਕਮ ਤੁਹਾਡੇ ਤੋਂ ਬਿਨਾਂ ਤਾਂ ਇਹ ਕੰਮ ਨਹੀਂ ਕਰ ਸਕਦਾ ਕੋਈ, ਕਮ ਸੇ ਕਮ ਤੁਹਾਡੀ ਇੰਨੀ ਕੁ ਇਨਫੋਰਮੇਸ਼ਨ ਨੋਟ ਕਰਨ ਦੀ ਡਿਊਟੀ ਹੈਗੀ ਹੈ ਜੀ। ਉਹ ਮੈਨੂੰ ਕਹਿੰਦੇ ਡਿਊਟੀ, ਸਾਨੂੰ ਡਿਊਟੀ ਜਿਹੜੀ ਹੈਗੀ ਹੈ ਨਾ ਵੀ ਸਾਨੂੰ ਡਿਊਟੀ ਨਾਲ ਸਮਝਾਓ, ਸੰਵਿਧਾਨ ਨਾਲ ਸਮਝਾਓ, ਜੋ ਸਾਡਾ ਬੌਸ ਕਹਿੰਦਾ ਸਾਡੇ ਲਈ ਸੰਵਿਧਾਨ ਉਹ ਹੈ। ਹੁਣ ਮੈਂ ਉਹਨੂੰ ਕਹੀ ਜਾ ਰਿਹਾ ਵੀ ਸੰਵਿਧਾਨ ਜਿਹੜਾ ਹੈਗਾ ਸਾਡੇ ਦੇਸ਼ ਦਾ, ਲਾਈਕ ਉਹਦੇ ਉਹ ਸਾਰੇ ਲਾਈਕ ਅਸੀਂ ਉਹਦੇ, ਉਹਨਾਂ ਨੂੰ ਤੁਸੀਂ ਫੋਲੋ ਕਰਨਾ ਹੈਗਾ, ਸਰਵੈਂਟ ਹੈ ਜੀ। ਸੰਵਿਧਾਨ ਕਹਿੰਦਾ ਪਬਲਿਕ ਸਰਵੈਂਟ ਹੈ, ਭਾਵੇਂ ਉਹ ਰਾਜਾ ਹੈ ਦੇਸ਼ ਦਾ, ਤੇ ਭਾਵੇਂ ਉਹ ਕੋਈ ਵੀ ਆਈਪੀਐਸ ਹੈ ਤੇ ਆਈਏਐਸ ਹੈਗਾ, ਤੇ ਇਹ ਸਾਰਾ ਕੁਝ ਜਿਹੜਾ ਹੈਗਾ ਇੱਕ ਨਾਗਰਿਕ ਨੂੰ ਸਰਵ ਕਰਨਾ, ਸੇਵਾ ਕਰਨੀ ਹੈ, ਸੰਵਿਧਾਨ ਦੇ ਆਧਾਰ ਤੇ ਸੇਵਾ ਕਰਨੀ ਹੈ। ਸੰਵਿਧਾਨ ਇਹ ਨਹੀਂ ਕਿ ਜੋ ਤੁਸੀਂ ਕਹਿ ਰਹੇ ਹੋ। ਜੀ ਜੀ, ਮੈਂ ਤੁਹਾਡੀ ਗੱਲ ਨੂੰ ਇੱਥੇ ਟੋਕ ਰਿਹਾ ਕਿਉਂਕਿ ਵੇਲਾ ਇੱਕ ਨਿੱਕੀ ਜੀ ਬ੍ਰੇਕ ਦਾ ਹੋ ਗਿਆ ਹੈ। ਸੋ ਇੱਥੇ ਜੇ ਕਿਸੇ ਨੂੰ ਆਪਾਂ ਕਿਸੇ ਦੀ ਡਿਊਟੀ ਬਾਰੇ ਦੱਸਦੇ ਵੀ ਹਾਂ ਤਾਂ ਉਹ ਹਉਮੈ ਦਾ ਮਸਲਾ ਹੋ ਜਾਂਦਾ, ਸੰਵਿਧਾਨ ਦੀ ਨਹੀਂ ਮੰਨਣੀ, ਕਹਿੰਦੇ ਸਾਡੇ ਵੱਡਿਆਂ ਦਾ, ਅਫਸਰਾਂ ਦਾ ਜਿਹੜਾ ਕਿਹਾ ਹੈ ਸਾਡੇ ਲਈ ਉਹ ਸੰਵਿਧਾਨ ਹੈ। ਸੋ ਇਹ ਗੱਲਾਂ ਤੇ ਵੀ ਚਰਚਾ ਹੋਣੀ ਲਾਜ਼ਮੀ ਆ। ਸੋ ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਸਮਾਜ ਸੇਵਾ ਤੇ ਸੰਵਿਧਾਨ ਵਿੱਚ ਤੁਹਾਡਾ ਸਵਾਗਤ ਹੈ ਜੀ। ਸੋ ਸਾਡੇ ਨਾਲ ਸਰਦਾਰ ਸ਼ਮਸ਼ੇਰ ਸਿੰਘ ਜੀ ਨੇ, ਪ੍ਰਭ ਆਸਰਾ ਦੇ ਫਾਊਂਡਰ ਨੇ। ਸਰ, ਜਦੋਂ ਕੋਈ ਅਫਸਰ ਤੁਹਾਡੀ ਗੱਲ ਨਹੀਂ ਮੰਨਦਾ, ਅੱਛਾ ਤੁਹਾਨੂੰ ਫਿਰ ਵੀ ਦੁਨੀਆ ਜਾਣਦੀ ਆ, ਤੁਹਾਡਾ ਇੱਕ ਨਾਮ ਹੈ ਵੀ ਪ੍ਰਭ ਆਸਰਾ ਦੇ ਫਾਊਂਡਰ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ, ਸੰਸਥਾਵਾਂ ਵੀ ਜਾਣਦੀਆਂ, ਲੋਕ ਵੀ ਜਾਣਦੇ ਨੇ, ਹਨਾ। ਜਿਹੜੇ ਆਮ ਲੋਕ ਆ, ਜਮਾਂ ਹੀ ਜਿਹੜੇ ਲੇਮੈਨ ਆ, ਕੋਈ ਜਾਂਦਾ ਹੋਊਗਾ ਕਿਸੇ ਕੋਲੇ ਫਰਿਆਦ ਲੈ ਕੇ, ਸੋ ਉਹਨਾਂ ਨਾਲ ਕਿੱਦਾਂ ਦਾ ਕੀ ਸਲੂਕ ਹੁੰਦਾ ਹੋਊਗਾ ਤੇ ਲੋਕ ਕਰਨ ਕੀ? ਨਹੀਂ, ਲੋਕ ਜਿਹੜੇ ਹੈਗੇ ਆ ਅਸਲ 'ਚ ਸਾਡੇ, ਪਹਿਲੀ ਗੱਲ ਤਾਂ ਸਾਡੇ ਅਵੇਅਰ ਜਿਹੜਾ ਹੈਗਾ ਨਾ, ਅਵੇਅਰਨੈਸ, ਇਹ ਥੋੜੀ ਜਿਹੀ ਜੋ ਸਾਨੂੰ ਮਿਲਣੀ ਚਾਹੀਦੀ ਪਰਿਵਾਰਾਂ ਚੋਂ, ਪਰਿਵਾਰ ਕੋਲ ਪਹਿਲਾਂ ਹੀ ਨਹੀਂ ਹੈਗੀ ਬਿਲਕੁਲ, ਤੇ ਜੋ ਸਕੂਲਾਂ ਚੋਂ ਮਿਲਣੀ ਚਾਹੀਦੀ ਹੈ ਉਹ ਵੀ ਹੈ ਨਹੀਂ, ਉਹ ਨਹੀਂ ਹੈਗੀ, ਹੈ ਨਾ। ਤੇ ਫਿਰ ਵੀ ਕੋਈ ਗੱਲ ਨਹੀਂ, ਨੈਟ ਤੇ ਬਹੁਤ ਕੁਝ ਪਿਆ, ਅੰਦਰਲੀ ਆਵਾਜ਼ ਪਤਾ ਹੁੰਦਾ ਹੈ ਕਿ ਜਿਵੇਂ ਕਿ ਪੇਰੈਂਟਸ ਜਿਹੜੇ ਹੁੰਦੇ ਆ ਨਾ ਪਰਿਵਾਰ ਦੇ ਲਈ, ਉਹਨਾਂ ਨੇ ਪਰਿਵਾਰ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਬੱਚਿਆਂ ਦੀਆਂ, ਐਦਾਂ ਹੀ ਪ੍ਰੈਜ਼ੀਡੈਂਟ ਜਿਹੜੇ ਹੁੰਦੇ ਸਟੇਟਾਂ ਦੇ, ਦੇਸ਼ ਦੇ, ਵੀ ਉਹਨਾਂ ਨੇ ਨਾਗਰਿਕ ਦੀਆਂ ਸਮੱਸਿਆਵਾਂ ਹੱਲ ਕਰਨੀਆਂ। ਉਹਨਾਂ ਨੇ ਜੋ ਸਿਸਟਮ ਬਣਾਇਆ, ਉਹਦੇ ਲਈ ਇੱਕ ਸਿਸਟਮ ਹੈ ਬੜਾ, ਜਿਹੜੇ ਦੇਸ਼ 'ਚ ਰਹਿੰਦਾ ਬੰਦਾ, ਹਾਂਜੀ, ਉਹ ਇੱਕ ਵਾਰ ਥੋੜਾ ਜਿਹਾ ਮਹਿਸੂਸ ਕਰਦੇ ਹੈ ਨਾ ਵੀ ਮੈਂ ਲਾਈਕ ਇਸ ਦੇ ਵਿੱਚ ਜਿਹੜੇ ਕੰਮ ਕਰਨੇ ਆ ਉਹਦੇ ਵਿੱਚ ਕੀ ਸਟਰਕਚਰ ਕਿਦਾਂ ਦਾ ਹੈਗਾ, ਹੈ ਨਾ। ਬਿਲਕੁਲ ਵੀ ਠੀਕ ਹੈ, ਇਹਦੇ ਵਿੱਚ ਡਿਊਟੀ ਕਿਹਦੀ ਹੈ, ਬਿਊਰੋਕਰੇਟਸ ਨੇ, ਠੀਕ ਹੈ, ਇਹ ਇਹਨਾਂ ਦੇ ਕੋਲ ਇਹ ਚਾਰਜ ਹੈ ਨਾ, ਤਹਿਸੀਲ ਹੈਗੀ ਹੈ, ਤਹਿਸੀਲ ਦਾ ਇੰਚਾਰਜ ਹੈ, ਕੋਈ ਮੈਨੂੰ ਪ੍ਰੋਬਲਮ ਹੈਗੀ ਤੇ ਮੈਂ ਉਹਨੂੰ ਦੱਸ ਸਕਾਂ, ਵੀ ਦੱਸਾਂ ਉਹਨੂੰ ਮੈਂ, ਕਿਉਂਕਿ ਮੇਰੀ ਪ੍ਰੋਬਲਮ ਹੈ, ਮੇਰੇ ਲਈ ਸੇਵਾਦਾਰ ਹੈ, ਜੇ ਮੈਂ ਹੈਗਾ ਤਾਂ ਹੀ ਉਹ ਹੈਗੇ, ਜੇ ਪਬਲਿਕ ਹੈਗੀ ਤਾਂ ਹੀ ਉਹ ਹੈਗੇ। ਇਹ ਜਜ਼ਬਾ ਜਿਹੜਾ ਹੈਗਾ ਸਾਡੇ ਅੰਦਰ, ਉਹ ਪੈਦਾ ਨਹੀਂ ਕੀਤਾ ਗਿਆ ਜੀ। ਤੇ ਜਿਸ ਕਰਕੇ ਕਈ ਵਾਰ ਮਤਲਬ ਹੁਣ ਮੈਂ ਤੇ ਜਦੋਂ ਮੈਂ ਬੇਨਤੀ ਕੀਤੀ, ਮੈਂ ਕਿਹਾ ਜੀ ਆਹ ਡਿਪਰੈਸ਼ਨ ਤੋਂ ਬਹੁਤ ਦੇਰ ਦੀ ਗੱਲ ਹੈਗੀ ਹੈ, ਵੀ ਡਿਪਰੈਸ਼ਨ ਤੋਂ ਪੀੜਤ ਔਰਤ
ਤੇ ਲਾਈਕ ਇਹਨੂੰ ਬਾਹਰ ਜਿਹੜਾ ਹੈਗਾ ਵੀ ਬਿਲਕੁਲ ਸੇਫ ਨਹੀਂ ਹੈ, ਤੇ ਤੁਸੀਂ ਇਹਦੇ ਲਾਈਕ ਆਰਡਰ ਜਿਹੜੇ ਹੈ ਉਹ ਬਣਾ ਕੇ ਤੇ ਫਟਾਫਟ ਤੁਸੀਂ ਹੈ ਨਾ ਇਹਨੂੰ ਜੋ ਵੀ ਐਜ਼ ਪਰ ਲਾ ਜਿਹੜਾ ਕਰਨ ਵਾਲਾ ਹੈਗਾ ਤੇ ਤੁਸੀਂ ਕਰੋ। ਮੈਂ ਤੁਹਾਡੇ ਅੱਗੇ ਸਮੱਸਿਆ ਰੱਖੀ, ਹਾਂਜੀ, ਉਹ ਕਹਿੰਦੇ ਇਹ ਸਾਡੇ ਕਰਨ ਵਾਲਾ, ਤੇ ਮੈਂ ਉਹਨਾਂ ਨੂੰ ਦੱਸਿਆ ਵੀ ਐਕਟ ਸੋ ਐਂਡ ਸੋ ਐਕਟ ਹੈਗਾ। ਉਹਨਾਂ ਨੇ ਫੇਰ ਉਸ ਵੇਲੇ ਐਕਟ ਮੰਗਾਇਆ, ਠੀਕ ਹੈ ਜੀ, ਐਕਟ ਦੇਖ ਕੇ ਕਹਿੰਦੇ ਉਹ ਅੱਛਾ ਸਾਡੀ ਡਿਊਟੀ ਹੈ। ਮਤਲਬ ਇਹ ਵੀ ਮਹਿਸੂਸ ਹੋਇਆ ਕਿ ਜਿਹੜੇ ਕਿ ਸੰਬੰਧਿਤ ਅਧਿਕਾਰੀ ਹੈ ਉਹਨਾਂ ਨੂੰ ਵੀ ਸਮਾਜ ਦੇ ਇਹੋ ਜਿਹੇ ਪੀੜਤ ਨਾਗਰਿਕਾਂ ਪ੍ਰਤੀ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ, ਡਿਊਟੀਆਂ ਬਣਦੀਆਂ, ਉਹਨਾਂ ਨੂੰ ਵੀ ਇਹ ਚੀਜ਼ ਤੋਂ ਬਹੁਤ ਘੱਟ ਅਵੇਅਰ ਕਰਾਇਆ ਗਿਆ। ਅੱਜ ਨਾਗਰਿਕ ਜਿਹੜਾ ਹੈਗਾ ਇੰਨਾ ਪੀੜਤ ਹੈ ਜੀ, ਮਾੜਾ ਜਿਹਾ ਪਾਣੀ ਆਉਂਦਾ ਉਹਨਾਂ ਦੇ ਘਰਾਂ 'ਚ ਵੜ ਜਾਂਦਾ। ਬਿਲਕੁਲ। ਤੇ ਉਹ ਮਤਲਬ ਇੰਨੀ ਜਦੋਂ ਟੈਕਸ ਦੇ ਰਹੇ ਹੈ, ਕੋਈ ਮਾੜੀ ਜਿਹੀ ਸ਼ਰਟ ਖਰੀਦ ਕੇ ਲਿਆਉਣੀ ਹੈ, ਕੋਈ ਚੀਜ਼ ਬਾਹਰੋਂ ਥੋੜੀ ਜਿਹੀ ਵੀ ਚੀਜ਼ ਲੈ ਕੇ ਆਉਣੀ ਹੈ, ਕਿ ਚੱਪਲ ਲੈ ਕੇ ਆਉਣੀ ਹੈ, ਹਰ ਚੀਜ਼ ਦੇ ਉੱਤੇ ਇੰਨਾ ਟੈਕਸ। ਤੇ ਜਦੋਂ ਟੈਕਸ ਪੇ ਕਰ ਰਿਹਾ ਇਨਸਾਨ, ਤੇ ਅਸੀਂ ਉਦਾਂ ਹੀ ਕਹੀ ਜਾਈਏ ਇੰਡੀਅਨ ਟੈਕਸ ਨਹੀਂ ਦਿੰਦੇ, ਟੈਕਸ ਬਚੂਗੇ ਕਿੱਦਾਂ? ਸਾਰੇ ਟੈਕਸ ਜੋ ਚੀਜ਼ ਹਰ ਇੱਕ ਚੀਜ਼ ਇਹਦੀ ਵੀ ਖਾਂਦੇ ਪੀਂਦੇ ਆ, ਅਸੀਂ ਮੋਟਰਸਾਈਕਲ ਪੈਟਰੋਲ ਪਾਉਣਾ, ਅਸੀਂ ਡੀਜ਼ਲ ਪਾਉਣਾ, ਟੈਕਸ ਤਾਂ ਪਹਿਲਾਂ ਲਿਆ ਹੋਇਆ ਸਾਡੇ ਕੋਲੋਂ, ਉਦਾਂ ਹੀ ਰੌਲਾ ਪਾਈ ਜਾਂਦੇ ਟੈਕਸ ਨਹੀਂ ਦਿੰਦੇ, ਟੈਕਸ ਨਹੀਂ ਦਿੰਦੇ, ਹਨ ਜੀ ਜੀ ਜੀ। ਤੇ ਬਾਕੀ ਜਿਹੜੇ ਬੰਦੇ ਠੀਕ ਹੈ ਜੇ ਟੈਕਸ ਚੋਰੀ ਕਰਦੇ ਆ, ਤੇ ਉਹ ਤਾਂ ਫਿਰ ਉਹਨਾਂ ਦੇ ਬੰਦੇ ਹੋ ਸਕਦਾ ਕਿਸੇ ਦੇ ਹੋਣ ਜਿਹੜੇ ਕਿ ਕਰਦੇ ਹੈਗੇ, ਆਮ ਨਾਗਰਿਕ ਤਾਂ ਟੈਕਸ ਦੇ ਰਿਹਾ। ਇਹ ਤੁਹਾਡੀ ਉਹੀ ਗੱਲ ਆ ਗਈ ਸ਼ਮਸ਼ੇਰ ਜੀ, ਜਿਹੜੀ ਤੁਸੀਂ ਸਟਾਰਟਿੰਗ 'ਚ ਕਹੀ ਸੀ ਨਾ, ਅਹਿਸਾਸ, ਜ਼ਿੰਮੇਵਾਰੀ ਦਾ ਅਹਿਸਾਸ, ਤੇ ਇਹ ਅਹਿਸਾਸ ਹੋਊਗਾ ਕਿਵੇਂ ਜੀ ਸਾਰਿਆਂ ਨੂੰ? ਨੇਚਰਲੀ ਤਾਂ ਜਾਗਰੂਕਤਾ ਜਿਹੜੀ ਹੈਗੀ ਹੈ ਕਿ ਜਿਵੇਂ ਕਹੋ ਥੰਮੇ ਕੋ ਨਾ ਸਾਧ ਬਿਨ ਸਾਧਨਾ ਦੇਸੇ ਜਗਤ ਵਿੱਚ ਕੋਈ, ਤੇ ਜਿਹਨੇ ਸਾਧਿਆ ਹੋਇਆ ਆਪਣੇ ਆਪ ਨੂੰ, ਜਿਹੜਾ ਕਹਿੰਦਾ ਮੈਂ ਜਾਨਵਰ ਨਹੀਂ ਹੈਗਾ, ਹਾਂਜੀ, ਤੇ ਜਾਨਵਰ ਦਾ ਬਹੁਤ ਵੱਡਾ ਰੋਲ ਹੈ ਸ੍ਰਿਸ਼ਟੀ ਦੇ ਚੱਲਣ ਦੇ ਵਿੱਚ। ਅਸੀਂ ਰਿਸਪੈਕਟ ਕਰਦੇ ਹਾਂ ਕਿਉਂਕਿ ਸਾਰੇ ਆਰਗੇਨਿਜ਼ਮ ਉਸੇ ਮਾਲਕ ਦੇ ਬਣਾਏ ਹੋਏ ਆ, ਪਰ ਉਹਨਾਂ ਦੀਆਂ ਇਹ ਜ਼ਿੰਮੇਵਾਰੀਆਂ ਨਹੀਂ ਹੈਗੀਆਂ ਵੀ ਜਿਹੜਾ ਬੈਲੈਂਸ ਇੰਨਾ ਖਰਾਬ ਕਰ ਦਿੱਤਾ ਅਸੀਂ, ਹੈ ਨਾ, ਵੀ ਇਸ ਦੇ ਪ੍ਰਤੀ ਉਹਨਾਂ ਨੂੰ ਇੰਨਾ ਬ੍ਰੇਨ ਦਿੱਤਾ ਹੋਵੇ, ਤੇ ਉਹ ਆਪਣੇ ਮਤਲਬ ਇੱਕ ਉਹਦੇ ਮਰਿਆਦਾ ਵਿੱਚ ਪ੍ਰਾਕਿਰਤਿਕ ਨਿਯਮ 'ਚ ਚੱਲ ਰਹੇ ਹੈ ਜੀ। ਉਹ ਕੋਈ ਜੰਗਲ ਨਹੀਂ ਕੱਟ ਰਹੇ, ਤੇ ਉਹ ਕੋਈ ਹੋਰ ਨੁਕਸਾਨ ਨਹੀਂ ਕਰ ਰਹੇ ਜੀ ਜੀ। ਤੇ ਇੱਕ ਅਸੀਂ ਜਿਹੜਾ ਇੱਕ ਇਨਸਾਨ ਹੈ, ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਉਹ ਵੀ ਆਪਣੇ ਤੱਕ ਹੀ ਸੀਮਤ ਰਹਿ ਕੇ ਕਿ ਮੈਨੂੰ ਕੀ ਜੀ। ਤੇ ਪੰਛੀ ਜਿਹੜਾ ਹੈਗਾ ਉਹ ਆਪਣਾ ਲਾਈਕ ਬੱਚੇ ਵੀ ਪੈਦਾ ਕਰਦਾ ਹੈ, ਬੱਚੇ ਪਾਲਦਾ ਵੀ ਹੈ, ਉਹਨਾਂ ਲਈ ਸ਼ੈਲਟਰ ਸਭ ਕੁਝ ਕਰਦਾ ਹੈ ਨਾ ਉਹ ਚੀਜ਼ਾਂ। ਫਿਰ ਮਤਲਬ ਇਹ ਇੱਕ ਬਹੁਤ ਵੱਡਾ ਡਿਸਆਰਡਰ ਹੈ ਜੇ ਕੋਈ ਕਹੇ ਵੀ ਮੇਰੀ ਸਮਾਜ ਪ੍ਰਤੀ ਕੋਈ ਡਿਊਟੀ ਮੇਰੀ ਥੋੜਾ ਬਣਦੀ ਹੈ, ਹਾਂਜੀ, ਤੇ ਫਿਰ ਮੇਰੇ ਤੇ ਜਾਨਵਰ 'ਚ ਕੀ ਫਰਕ ਹੈ? ਇਹ ਫਰਕ ਹੈਗਾ ਕਿ ਮੈਂ ਜਿਹੜਾ ਕੁਦਰਤ ਨੂੰ, ਬਲਹਾਰੀ ਕੁਦਰਤ ਵਸਿਆ ਹੈ ਨਾ, ਪਵਨ ਗੁਰੂ ਪਾਣੀ ਪਿਤਾ, ਮੈਂ ਪਵਨ ਨੂੰ ਪੋਲਿਊਟ ਕੀਤਾ, ਪਾਣੀ ਨੂੰ ਪੋਲਿਊਟ ਕੀਤਾ, ਮੈਂ ਧਰਤੀ ਨੂੰ ਪੋਲਿਊਟ ਕੀਤਾ, ਤੇ ਮੈਂ ਇਸ ਕਰਕੇ ਮਨਮੁਖ ਮਾਨਸ ਦੇ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਜਿਨ੍ਹਾਂ ਕੋਲ ਚੇਤਨਤਾ ਇੰਨੀ ਨਹੀਂ ਹੈਗੀ ਨਾ, ਉਹ ਸਾਡੇ ਨਾਲੋਂ ਚੰਗੇ ਹੈ। ਉਹ ਇਸ ਸ੍ਰਿਸ਼ਟੀ ਦਾ ਜਿਹੜਾ ਹੈਗਾ ਜਿਹੜਾ ਸੰਤੁਲਨ ਨਹੀਂ ਵਿਗਾੜ ਰਹੇ, ਅਸੀਂ ਵੱਡੇ ਪੱਧਰ ਤੇ ਵਿਗਾੜ ਰਹੇ ਹਾਂ। ਇਸ ਕਰਕੇ ਮਤਲਬ ਸਾਡੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬਣਦੀਆਂ ਸਮਾਜ ਦੇ ਪ੍ਰਤੀ। ਜੇ ਅਸੀਂ ਸਮਾਜ ਦੇ ਆਪਣੇ ਵਿਅਕਤੀਗਤ ਜੀਵਨ, ਪਰਿਵਾਰਿਕ ਜੀਵਨ ਤੇ ਸਮਾਜ ਵੱਲ ਅਸੀਂ ਨਹੀਂ ਸੋਚ ਰਹੇ, ਤੇ ਬਹੁਤ ਵੱਡਾ ਡਿਸਆਰਡਰ ਹੈ ਸਾਡਾ ਇਹ। ਤੇ ਇਹ ਜਿਹੜੀਆਂ ਸਾਡੀਆਂ ਹੁਣ ਅਸੀਂ ਬੇਸਿਕ ਨੀਡ ਨੂੰ ਅਸੀਂ ਪੈਸੇ ਵੀ ਪੇ ਕਰ ਦਿੱਤੇ ਆ, ਸਾਰਾ ਕੁਝ ਪੇ ਕਰ ਦਿੱਤਾ, ਸਾਨੂੰ ਸਹੂਲਤ ਨਹੀਂ ਮਿਲਦੀ, ਕੌਣ ਜ਼ਿੰਮੇਵਾਰ ਹੈ ਇਹਦੇ ਲਈ? ਹੁਣ ਮੈਂ ਫੇਰ ਕਹਿ ਰਿਹਾ, ਆਪਣਾ ਸੀਵਰੇਜ ਦੀ ਗੱਲ ਕੀਤੀ ਸੀ, ਕੁਰਾਲੀ ਸ਼ਹਿਰ ਦੀ ਸੀਵਰੇਜ, ਹੋਰ ਬਹੁਤ ਸ਼ਹਿਰਾਂ ਦੀਆਂ ਪ੍ਰੋਬਲਮਸ ਹੈਗੀਆਂ। ਬਿਜਲੀ ਦੀਆਂ ਤਾਰਾਂ ਜਿਹੜੀਆਂ ਹੈਗੀਆਂ 7 ਫੁੱਟ ਦੇ ਉੱਤੇ ਨੰਗੀਆਂ ਹੀ ਤਾਰਾਂ ਹੈਗੀਆਂ, ਜੋੜ ਨੰਗੇ ਬਿਲਕੁਲ ਹੀ, ਉੱਥੇ ਕਿੱਦਾਂ ਮਤਲਬ ਸਪਾਰਕਿੰਗ ਹੁੰਦੀ ਰਹਿੰਦੀ ਹੈ, ਤੇ ਇਦਾਂ ਲੱਗਦਾ ਕਿਸੇ ਵੇਲੇ ਵੀ ਅੱਗ ਲੱਗ ਜਾਂਦੀ ਹੈ। ਫਿਰ ਉਹ ਮਤਲਬ ਇਹ ਸਾਰਾ ਕੁਝ ਜਿਹੜਾ ਹੈਗਾ, ਇੱਕ ਜਿੱਥੇ ਏਡੀ ਵੱਡੀ ਪਾਪੂਲੇਸ਼ਨ ਹੋਵੇ, ਸਾਰਾ ਕੁਝ ਹੋ ਰਿਹਾ। ਇਹ ਮਤਲਬ ਆਪਾਂ ਤੁਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਸੀ, ਮੈਂ ਬਹੁਤ ਧਿਆਨ ਨਾਲ ਦੇਖਿਆ, ਮੈਨੂੰ ਕੋਈ ਪੋਲ ਉਹਨਾਂ ਦਾ, ਪਹਿਲੀ ਗੱਲ ਤਾਂ ਹੁਣ ਅੰਡਰਗਰਾਉਂਡ ਕਰਨ ਲੱਗੇ ਸਾਰੇ, ਜਿਹੜੀ ਲਾਈਨ ਜਿਹੜੀ ਵਿਛਾਉਣ ਲੱਗੇ, ਮੈਂ ਬਹੁਤ ਧਿਆਨ ਨਾਲ ਦੇਖਿਆ, ਮੈਨੂੰ ਇੱਕ ਪੋਲ ਕੋਈ ਵੀ ਮੈਨੂੰ ਥੋੜਾ ਜਿਹਾ ਟੇਢਾ ਦਿਖ ਜਾਵੇ। ਮੈਂ ਇੰਨਾ ਲੰਮਾ ਸਫ਼ਰ ਕੀਤਾ, ਹਜ਼ਾਰਾਂ ਕਿਲੋਮੀਟਰ ਦਾ ਜੀ, ਤੇ ਪਰ ਮੈਨੂੰ ਇੱਕ ਵੀ ਪੋਲ ਨਹੀਂ ਦਿਖਿਆ। ਫਿਰ ਮੈਂ ਬੜਿਆਂ ਨੂੰ ਸਵਾਲ ਕੀਤਾ ਵੀ ਕਾਰਨ ਕੀ ਹੈ ਇੱਥੇ ਜੀ? ਕਹਿੰਦੇ ਵੀ ਇਹ ਇੰਡੀਆ ਵਾਲਾ ਹਿਸਾਬ ਨਹੀਂ ਹੈਗਾ ਵੀ ਪੋਲ ਲਾਉਣਾ ਇੰਨੀ ਜਗ੍ਹਾ ਤੇ ਵੀ ਤੇ ਪੱਟ ਲੈਣੀ ਇੰਨੀ ਜਗ੍ਹਾ ਤੇ, ਸਾਈਡ ਤੇ ਕੱਚੀ ਜ਼ਮੀਨ ਜਿਹੜੀ ਉਹਨੂੰ ਬਿਲਕੁਲ ਇੰਨੀ ਸੈਂਕੜੇ ਸਾਲਾਂ ਦੀ ਜਿਹੜੀ ਹੈ ਨਾ ਕੁਦਰਤ ਦੇ ਨਿਯਮ ਦੇ ਵਿੱਚ ਪੱਕੀ ਹੁੰਦੀ ਹੈ, ਉਹਨੂੰ ਪੱਟ ਦਿੰਦੇ ਆ, ਤੇ ਫਿਰ ਉਹਨੂੰ ਕਹਿੰਦੇ ਪੋਲੀ ਕਰਕੇ, ਤੇ ਫਿਰ ਉਹਨੂੰ ਤੁਸੀਂ ਪੱਕੀ ਕਿੱਥੋਂ ਕਰ ਦੋਗੇ? ਜੋ ਕੰਮ ਕੁਦਰਤ ਨੇ ਕਰਨਾ ਤੁਸੀਂ ਕਿਵੇਂ ਕਰ ਦੋਗੇ? ਇੰਨੇ ਸਾਲਾਂ ਤੋਂ ਸੈੱਟ ਹੋਈ ਜ਼ਮੀਨ। ਕਹਿੰਦੇ ਅਸੀਂ ਸਿਰਫ ਹੋਲ ਓਨਾ ਹੀ ਕਰਨਾ ਹੈ ਜਿੰਨਾ ਕੁ ਪੋਲ ਦਾ ਡਾਇਆ ਹੈਗਾ, ਉਹ ਅੱਗੇ ਨਾਲ ਪੱਕੀ ਮਿੱਟੀ ਹੈਗੀ ਹੈ, ਤੇ ਪੋਲ ਹਿੱਲ ਹੀ ਨਹੀਂ ਸਕਦਾ। ਮਤਲਬ ਸਾਡੇ ਦਾ ਸਿਸਟਮ ਜਿਹੜਾ ਹੈਗਾ, ਸਾਡੇ ਤਾਂ ਏਦਾਂ ਟੇਢੇ ਹੋਏ ਆ ਪੋਲ। ਮੋਸਟਲੀ ਬਹੁਤ ਦੇਖਿਆ ਜੀ, ਕਦੇ ਵੈਸੇ ਸੜਕਾਂ ਦੇ ਕਿਨਾਰਿਆਂ ਤੇ ਉਹ ਸਾਡੀ ਖੁਦ ਦੀ ਗਲੀ ਦੇ ਵਿੱਚ ਇੰਨੀ ਕੁ ਤਾਰ ਨੀਵੀਂ ਆ ਕਿ ਮੈਂ ਕਹਿਣਾ ਵੀ ਥੋੜੀ ਕੋਈ ਉੱਚੀ ਚੀਜ਼ ਹੋਵੇ ਤਾਂ ਉਹਦੇ ਉੱਪਰ ਲੱਗ ਜਾਵੇ। ਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਇਹ ਚੀਜ਼ਾਂ ਮਤਲਬ ਇੰਨੀਆਂ ਰਿਸਕੀ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਜੇਕਰ ਮਤਲਬ ਕਿੰਨਾ
ਕਹਿ ਲਓ ਵੀ ਜਦੋਂ ਆਪਾਂ ਕੱਲ ਕਹਿੰਦੇ ਵੀ ਸੀਵਰੇਜ ਦਾ ਪਾਣੀ ਜਿਹੜਾ ਬਾਹਰਲਾ ਇੱਕਦਮ ਅੰਦਰ ਵੜ ਜਾਂਦਾ, ਬਰਸਾਤ ਆਉਂਦੀ ਸਾਰੀ ਅੰਦਰ ਵੜ ਜਾਂਦਾ, ਤੇ ਜਿਨ੍ਹਾਂ ਨੇ ਵੀ ਇਹ ਗਲਤੀ ਕੀਤੀ ਹੈ ਤੁਰੰਤ ਇਹਨਾਂ ਦੀਆਂ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਨਾ ਕਿ ਇੰਨੇ ਨਾਗਰਿਕ ਜਿਹੜੇ ਹੈਗੇ ਜਿਹੜੇ ਵਿਚਾਰੇ ਖੂਨ ਪਸੀਨੇ ਦੀ ਕਮਾਈ ਕਰਕੇ ਆਪਣੇ ਪਰਿਵਾਰ ਪਾਲਦੇ ਆ ਤੇ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਤੇ ਉਹਨਾਂ ਦੇ ਟੈਕਸਾਂ ਦੀ ਜਿਹੜੀ ਦੁਰਵਰਤੋਂ ਨਹੀਂ ਹੋਈ ਤੇ ਹੋਰ ਕੀ ਹੋਇਆ। ਜੇ ਨਹੀਂ ਹੋਇਆ, ਜੋ ਵੀ ਹੋਇਆ ਇਸ ਦੀ ਇਨਕੁਆਇਰੀ ਕਰਕੇ ਬਣਦੀ ਸਜ਼ਾ ਦੇਣੀ ਚਾਹੀਦੀ ਹੈਗੀ ਹੈ ਤੇ ਉਹ ਸਮੱਸਿਆ ਦਾ ਹੱਲ ਜਿਹੜਾ ਹੈਗਾ ਤੁਰੰਤ ਨਿਕਲਣਾ ਚਾਹੀਦਾ। ਜਿਹੜੀਆਂ ਬਿਜਲੀ ਦੀਆਂ ਤਾਰਾਂ, ਮੈਂ ਮਤਲਬ ਬਾਰ-ਬਾਰ ਇਹੀ ਰਿਕੁਐਸਟ ਕਰ ਰਿਹਾ ਤੇ ਜਿਵੇਂ ਤੁਸੀਂ ਵੀ ਐਕਸਪੀਰੀਅੰਸ ਕੀਤਾ ਹੈਗਾ ਬਿਲਕੁਲ ਜੀ, ਕਿ ਸ਼ਹਿਰਾਂ ਦੇ ਵਿੱਚ ਬਹੁਤ ਹੀ ਨੰਗੀਆਂ ਤਾਰਾਂ ਜਗ੍ਹਾ ਦੇ ਉੱਤੇ ਤੇ ਇੰਨੀਆਂ ਨੀਵੀਆਂ ਕਿ ਕੋਈ ਮਾੜਾ ਮੋਟਾ ਵੀ ਸਾਡੇ ਜਿਸ ਤਰ੍ਹਾਂ ਦੇ ਕੰਮਕਾਰ ਹੈਗੇ ਆ, ਛੋਟੇ ਕਹ ਲਓ ਰਿਕਸ਼ਾ ਚਾਲਕ ਹੈਗੇ ਆ, ਕਈ ਵਾਰ ਸਰੀਆ ਲੈ ਕੇ ਲੰਘ ਰਹੇ ਹੈਗੇ ਆ, ਸਰੀਆ ਮਾੜਾ ਮੋਟਾ ਉੱਪਰ ਲੱਗ ਗਿਆ ਤੇ ਕਿਸੇ ਦੀ ਜਾਨ ਚਲੀ ਜਾਵੇ। ਕੌਣ ਵੱਡੀਆਂ ਜਿਹੜੀਆਂ ਇਹ ਘਟਨਾਵਾਂ ਜਨਮ ਲੈਂਦੀਆਂ ਆ ਰਹੀਆਂ ਤੇ ਕੌਣ ਇਹਨਾਂ ਲਈ ਜ਼ਿੰਮੇਵਾਰ ਹੋਏਗਾ, ਤੇ ਇਹਨਾਂ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਨਾਗਰਿਕ ਨੂੰ ਥੋੜਾ ਜਿਹਾ ਆਰਾਮ ਨਾਲ ਜ਼ਿੰਦਗੀ ਜੀਣ ਦੇ ਲਈ ਕੋਈ ਮਾਹੌਲ ਮਿਲ ਸਕੇ। ਸ਼ਮਸ਼ੇਰ ਜੀ, ਜੇ ਆਪਾਂ ਗੱਲ ਕਰੀਏ ਵੀ ਤੁਸੀਂ ਇੰਡੀਆ ਤੇ ਆਪਾਂ ਬਾਹਰ ਦੀ ਗੱਲ ਕਰ ਰਹੇ ਸੀ, ਕੰਪੈਰੀਜ਼ਨ ਵੀ ਕਰ ਰਹੇ ਸੀਗੇ, ਪਰ ਗੱਲਾਂ ਤਾਂ ਬਹੁਤ ਸੀ, ਹਲੇ ਆਪਣੇ ਕੋਲੇ ਸਮਾਂ ਥੋੜਾ ਜਿਹਾ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਅੱਗੇ ਕੰਟੀਨਿਊ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ। ਸੋ ਫਿਲਹਾਲ ਮੈਂ ਇਹੀ ਕਹੂੰਗਾ, ਤੁਸੀਂ ਜਾਂਦੇ ਜਾਂਦੇ ਆਪਣੀ ਜਿਹੜੀ ਆਪਣੇ ਦਰਸ਼ਕ ਬਾਹਰ ਮੋਸਟਲੀ ਵੇਖਦੇ ਨੇ ਜਿਹੜੇ ਆਪਾਂ ਨੂੰ, ਉਹਨਾਂ ਨੂੰ ਕੀ ਸੁਨੇਹਾ ਦਿਓਗੇ ਵੀ ਆਪਾਂ ਇੱਥੋਂ ਦੀ ਬਿਹਤਰੀ ਲਈ ਹੋਰ ਕੀ ਕਰ ਸਕਦੇ ਹਾਂ? ਨੇ ਬਿਲਕੁਲ, ਜਿਹੜੇ ਵੀ ਸਾਡੇ ਸੱਜਣ ਇੱਥੇ ਤੇ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਅੰਦਰ ਭਾਵਨਾ ਤਾਂ ਜਿਹੜੇ ਆਪਣੇ ਕਹਿ ਲਓ ਵੀ ਵਤਨਾਂ ਤੋਂ ਇਸ ਵੇਲੇ ਦੂਰ ਹੈ, ਪਰ ਉਹ ਮਨ ਕਰਕੇ ਬਹੁਤ ਨੇੜੇ ਹੈ। ਕਿਉਂਕਿ ਮੈਂ ਜਦੋਂ ਉਹਨਾਂ ਦੇ ਕੋਲ ਉੱਥੇ ਜਾ ਕੇ ਦੇਖਿਆ ਤੇ ਉਹਨਾਂ ਨੂੰ ਦਰਦ ਹੈ ਕਿ ਸਾਡੇ ਦੇਸ਼ ਦੀ ਹਾਲਤ ਕਿਵੇਂ ਸੁਧਰ ਸਕਦੀ ਹੈ, ਉਹ ਗੁਰੂ ਦੇ ਸੁਪਨੇ ਦਾ ਸਮਾਜ ਕਿੱਦਾਂ ਦੁਬਾਰੇ ਬਣ ਸਕਦਾ ਹੈਗਾ, ਤੇ ਉਹ ਬਹੁਤ ਆਪਣੇ ਪੱਧਰ ਤੇ ਕੋਸ਼ਿਸ਼ ਕਰਦੇ ਆ। ਤੇ ਮੈਂ ਇਹੀ ਬੇਨਤੀ ਕਰਦਾ ਸਰਕਾਰ ਨੂੰ ਵੀ ਪਾਲਿਸੀ ਬਣਾਈ ਜਾਵੇ। ਬਹੁਤ ਸਾਰੇ NRI ਵੀਰ ਜਿਹੜੇ ਆ ਆਪਣੇ ਪਿੰਡ ਨੂੰ, ਆਪਣੇ ਸ਼ਹਿਰ ਨੂੰ, ਆਪਣੇ ਡਿਸਟ੍ਰਿਕਟ ਨੂੰ ਬਹੁਤ ਕੁਝ ਉੱਥੇ ਸਹੂਲਤਾਂ ਮੈਡੀਕਲ ਦੀਆਂ, ਐਜੂਕੇਸ਼ਨ ਦੀਆਂ ਤੇ ਵੋਕੇਸ਼ਨਲ ਟ੍ਰੇਨਿੰਗ ਦੀਆਂ, ਰੁਜ਼ਗਾਰ ਦੀਆਂ ਬਹੁਤ ਸਾਰੀਆਂ ਸਹੂਲਤਾਂ ਦੇਣੀਆਂ ਚਾਹੁੰਦੇ ਆ, ਤੇ ਉਹਨਾਂ ਲਈ ਕੋਈ ਪਾਲਿਸੀ ਬਣਾਈ ਜਾਵੇ, ਉਹਨਾਂ 'ਚ ਜਿਹੜੀ ਪੋਲਿਟਿਕਸ ਨਾ ਵਾੜੀ ਜਾਵੇ ਇਸ ਆਪਣੇ ਨਾਗਰਿਕ ਦੀ ਬਿਹਤਰੀ ਲਈ। ਤੇ ਉਹਨਾਂ ਦੇ ਭਾਵਨਾਵਾਂ ਨੂੰ ਮੈਂ ਹਮੇਸ਼ਾ ਸਲੂਟ ਕਰਦਾ ਹਾਂ। ਮੈਂ ਉਹੀ ਗੱਲ ਕਰਦਾ ਵੀ ਜਿਵੇਂ ਪੇਕਿਆਂ ਦੀ ਵੱਲੋਂ ਠੰਡੀਆਂ ਹਵਾਵਾਂ ਲੋਚਦੀਆਂ ਨਾ, ਮਤਲਬ ਲੜਕੀਆਂ, ਇਸੇ ਤਰੀਕੇ ਨਾਲ ਆਪਣੇ ਵਤਨਾਂ ਵੱਲੋਂ ਜਿਹੜੇ ਵਿਦੇਸ਼ਾਂ 'ਚ ਬੈਠੇ ਸੱਜਣ ਹੈ ਸਾਡੇ, ਉਹ ਹਮੇਸ਼ਾ ਇਹੀ ਠੰਡੀਆਂ ਹਵਾਵਾਂ ਇੱਧਰੋਂ ਆਸ ਰੱਖਦੇ ਆ ਕਿ ਕੋਈ ਵੀ ਨਾਗਰਿਕ ਜਿਹੜਾ ਹੈਗਾ ਬੇਸਿਕ ਨੀਡ ਨੂੰ ਤਰਸਦਾ ਹੋਇਆ ਸਾਡੇ ਦੇਸ਼ 'ਚੋਂ ਅਲਵਿਦਾ ਨਾ ਜ਼ਿੰਦਗੀ ਨੂੰ ਕਹਿ ਜਾਵੇ। ਤੇ ਤੁਸੀਂ ਵੀ ਜਦੋਂ ਸਾਡੇ ਇੱਧਰੋਂ ਜ਼ਿੰਮੇਵਾਰ ਜਿਹੜੇ ਵੀ ਲੋਕ ਇੱਧਰੋਂ ਪੰਜਾਬ ਤੋਂ, ਇੰਡੀਆ ਤੋਂ ਆਉਂਦੇ ਆ, ਤੁਸੀਂ ਵੀ ਉਹਨਾਂ ਨੂੰ ਮਤਲਬ ਪੁਰਜ਼ੋਰ ਇਸ ਤਰ੍ਹਾਂ ਦੀ ਰਿਕੁਐਸਟ ਕਰਿਓ ਵੀ ਇੱਥੋਂ ਦੇ ਸਿਸਟਮ ਸਮਝ ਲਓ। ਪਾਪੂਲੇਸ਼ਨ ਜਿਹੜੀ ਹੈਗੀ ਆ ਉਹਦੇ ਨਾਲ ਬਹੁਤ ਵੱਡੀ ਇੱਕ ਉਹਦੇ ਪੋਜ਼ਿਟਿਵ ਜਿਹੜੇ ਪੱਖ ਵੀ ਹੈਗੇ ਆ। ਕੱਲ ਉਹਨੂੰ ਇਕੱਲਾ ਇੱਕ ਮਤਲਬ ਪਾਪੂਲੇਸ਼ਨ ਕਹਿ ਕੇ ਵੀ ਜ਼ਿਆਦਾ ਹੈ ਉੱਥੋਂ ਦੀ, ਇਹ ਕਹਿ ਕੇ ਮਤਲਬ ਤੁਸੀਂ ਰਿਐਲਿਟੀ ਨੂੰ ਜਿਹੜਾ ਹੈਗਾ ਉਹ ਉਸ ਤੋਂ ਦੂਰ ਨਾ ਜਾਓ ਕਹਿੰਦੇ। ਤੇ ਤੁਸੀਂ ਥੋੜਾ ਜਿਹਾ ਉਹਨੂੰ ਹੋਰ ਸਟਰੋਂਗਲੀ ਰਿਕੁਐਸਟ ਕਰਿਓ ਕਿ ਇੱਥੋਂ ਦੇ ਸਿਸਟਮ ਦੇਖੋ ਤੇ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਬਹੁਤ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ। ਮੈਨੂੰ ਲੱਗਦਾ ਜ਼ਰੂਰ ਆਉਣ ਵਾਲੇ ਦਿਨਾਂ 'ਚ ਫਰਕ ਪਏਗਾ। ਜੀ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ 'ਚ ਬਣੇ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਸਮਾਜ ਸੇਵਾ ਤੇ ਸੰਵਿਧਾਨ। ਅੱਗੇ ਵੀ ਗੱਲ ਕਰਾਂਗੇ ਸਮਾਜ ਸੇਵਾ ਤੇ ਸੰਵਿਧਾਨ ਪ੍ਰੋਗਰਾਮ ਦੇ ਵਿੱਚ ਕਿ ਕਿੱਦਾਂ ਆਪਾਂ ਜਿਹੜੇ ਆਮ ਲੋਕ ਆਪਦੀਆਂ ਜ਼ਿੰਮੇਵਾਰੀਆਂ ਨੂੰ ਸਮਝ ਸਕਦੇ ਹਾਂ। ਸਾਡੀ ਸਰਕਾਰ ਆ, ਸਾਡੇ ਜਿਹੜੇ ਕਹਿ ਲਓ ਵੀ ਕੰਮ ਕਰਨ ਵਾਲੇ ਨੇ ਜਿਹੜੇ, ਉਹ ਆਪਦੀਆਂ ਜ਼ਿੰਮੇਵਾਰੀਆਂ ਨੂੰ ਕਿੱਦਾਂ ਹੋਰ ਵਧੀਆ ਨਿਭਾ ਸਕਦੇ ਨੇ। ਸੋ ਉਹਨਾਂ ਦੇ ਅਹਿਸਾਸ ਵੀ ਕਰਾਉਣੇ ਆ। ਆਪਾਂ ਸਮਾਜ ਦੀ ਬਿਹਤਰੀ ਲਈ, ਸੁਧਾਰ ਲਈ ਅੱਗੇ ਆਪਣੀ ਕਹਿ ਲਓ ਬਣਦਾ ਹਿੱਸਾ ਪਾਉਣਾ ਹੈਗਾ। ਤੇ ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ। ਤੁਸੀਂ ਰੱਖੋ ਆਪਣਾ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।